सतगुरु कबीर जी महाराज समय ते एक ब्राह्मण होया। सतगुरु कबीर जी साहब महाराज प्रचार प्रसार करन जांदे सन। भाई गल्लां ना करो, थोड़ा जिहा सबर कर, थोड़ा जिहा बस 10 मिनट की खेड़ हो रहा, सीधी साखी सुनाउणी, थोड़ा अध्यात्मिक के भी विचार जो साडे गुरुआं दी देन है। सो साध संगत जी होया कि सतगुरु कबीर जी साहब महाराज प्रचार प्रसार करन जांदे सन। प्रचार प्रसार करदे आ एक नगर दे विच पहुंचे, एक पिंड दे विच पहुंचे। ਜਦੋਂ नगर ਦੇ ਵਿੱਚ ਪਿੰਡ ਦੇ ਵਿੱਚ ਸਾਧ ਸੰਗਤ ਜੀ ਪਹੁੰਚੇ ਨਾ ਤੇ ਉੱਥੇ ਪਿੰਡ ਦੇ ਵਿੱਚ ਇੱਕ ਬ੍ਰਾਹਮਣ ਵੇਦਾਂ ਦੀ ਬਾਣੀ ਜਿਹੜੀ ਉਹ ਕਾਂਚੀ ਤੋਂ ਪੜ੍ਹ ਕੇ ਆਇਆ ਸੀ। ਭਾਈ ਚੁੱਪ ਕਰ ਜਾਓ, ਸ਼ਾਂਤ ਹੋ ਜਾਓ, ਥੋੜੇ 5-7 ਮਿੰਟ ਦਾ ਬਸ ਸਮਾਂ ਮੰਗਦਾ, ਜ਼ਿਆਦਾ ਨਹੀਂ ਮੰਗਦਾ। ਮੈਨੂੰ ਪਤਾ ਸਮਾਂ ਬਹੁਤ ਹੋ ਚੁੱਕਿਆ, ਪਰ ਸਿਰਫ 5-7 ਮਿੰਟ ਵਾਸਤੇ ਜਿੱਥੇ ਤੁਸੀਂ ਇੰਨਾ ਸਮਾਂ ਚੁੱਪ ਕਰਕੇ ਬੈਠੇ ਹੋ, 5-7 ਮਿੰਟ ਵਾਸਤੇ ਹੋਰ ਬਹਿ ਜਾਓ ਬਸ। ਸਾਧ ਸੰਗਤ ਉਸ ਪਿੰਡ ਦੇ ਵਿੱਚ ਬ੍ਰਾਹਮਣ ਜਿਹੜਾ ਸੀ ਕਾਂਚੀ ਤੋਂ ਵਿਦਿਆ ਲੈ ਕੇ ਆਇਆ ਸੀ, ਵੇਦਾਂ ਸ਼ਾਸਤਰਾਂ ਦੀ। ਪਿੰਡ 'ਚ ਜਿਹੜਾ ਵੀ ਕੋਈ ਸਵਾਲ ਕਰੇ ਸਾਰਿਆਂ ਦੇ ਸਵਾਲ ਜਵਾਬ ਦੇ, ਕੋਈ ਹੱਲ ਕਰੇ, ਹੋ ਜਾਂਦਾ ਸੀ। ਉਸੇ ਨਗਰ ਦੇ ਵਿੱਚ ਸਤਿਗੁਰੂ ਕਬੀਰ ਸਾਹਿਬ ਜੀ ਮਹਾਰਾਜ ਚੱਲ ਕੇ ਗਏ। ਉਹਨਾਂ ਨੇ ਦੇਖਿਆ ਸੁਣਿਆ ਤੇ ਸਾਧ ਸੰਗਤ ਜੀ ਆਪਣੇ ਧਰਮ ਦਾ ਪ੍ਰਚਾਰ ਮਹਾਰਾਜ ਪਰਮੇਸ਼ਰ ਦੇ ਨਾਮ ਦਾ ਕਰਦੇ ਸਨ। ਲੋਕ ਆਉਂਦੇ ਸਨ, ਬਹਿੰਦੇ ਸਨ, ਸੁਣਦੇ ਸਨ ਉਹਨਾਂ ਦਾ ਹਰੀ ਜਸ ਕੀਰਤਨ, ਪਰਮੇਸ਼ਰ ਦਾ ਨਾਮ ਵਡਿਆਈ ਸੁਣਦੇ ਸਨ। ਸੁਣਨ ਤੋਂ ਬਾਅਦ ਸਾਧ ਸੰਗਤ ਜੀ ਉਸੇ ਨਗਰ ਵਿੱਚ ਜਦੋਂ ਬ੍ਰਾਹਮਣ ਦੇ ਕੋਲ ਕਿਸੇ ਨੇ ਜਾਣਾ ਨਾ, ਮਹਾਰਾਜ ਆ ਸਵਾਲ ਆ ਸਾਡੇ ਮਨ 'ਚ, ਇਹਦਾ ਜਵਾਬ ਦੇ ਦਿਓ। ਜਵਾਬ ਦੇ ਦੇਣਾ। ਸਾਧ ਸੰਗਤ ਜੀ ਪਿੰਡ ਵਾਲੇ ਬੜੇ ਖੁਸ਼, ਬੜਾ ਮਾਣ ਸਤਿਕਾਰ ਮਿਲਣਾ ਵੀ ਸਾਡੇ ਨਗਰ ਦੇ ਵਿੱਚ ਕੋਈ ਕਾਂਚੀ ਤੋਂ ਵੇਦਾਂ ਸ਼ਾਸਤਰਾਂ ਦੀ ਬਾਣੀ ਲੈ ਕੇ ਕੋਈ ਬ੍ਰਾਹਮਣ ਆਇਆ। ਤੇ ਜਿਹੜਾ ਸਾਧ ਸੰਗਤ ਜੀ ਕਾਂਚੀ ਦੀ ਵਿਦਿਆ ਅੱਜ ਵੀ ਬੜੀ ਮਸ਼ਹੂਰ ਹੈ। ਜੇ ਕੋਈ ਬ੍ਰਾਹਮਣ ਕਾਂਚੀ ਤੋਂ ਵਿਦਿਆ ਲੈ ਕੇ ਆਉਂਦਾ ਤਾਂ ਬੜਾ ਵੱਡਾ ਵਿਦਵਾਨ ਸਮਝਦੇ ਨੇ ਲੋਕ, ਵੀ ਬੜਾ ਵੱਡਾ ਵਿਦਵਾਨ ਹੈ, ਕਾਂਚੀ ਤੋਂ ਵਿਦਿਆ ਲੈ ਕੇ ਆਇਆ। ਸਾਧ ਸੰਗਤ ਜੀ ਸਤਿਗੁਰੂ ਕਬੀਰ ਜੀ ਮਹਾਰਾਜ ਦੇ ਕੋਲ ਉਸ ਨਗਰ ਦੇ ਲੋਕ ਜਾਂਦੇ ਸਨ। ਮਹਾਰਾਜ ਦਾ ਪ੍ਰਚਾਰ ਪ੍ਰਸਾਰ ਸਰਵਣ ਕਰਨਾ ਤੇ ਕਹਿੰਦੇ ਬੇਨਤੀ ਕੀਤੀ ਸਤਿਗੁਰੂ ਕਬੀਰ ਜੀ ਮਹਾਰਾਜ ਕਹਿੰਦੇ ਮਹਾਰਾਜ ਸਾਡੇ ਨਗਰ 'ਚ ਇੱਕ ਬ੍ਰਾਹਮਣ ਕਾਂਚੀ ਤੋਂ ਵਿਦਿਆ ਤੁਹਾਡੇ ਨਗਰ 'ਚੋਂ ਆਇਆ ਵਿਦਿਆ ਲੈ ਕੇ, ਤੁਹਾਡੇ ਨਗਰ 'ਚੋਂ ਆਇਆ ਵਿਦਿਆ ਲੈ ਕੇ ਆਇਆ। ਕਹਿੰਦੇ ਮਹਾਰਾਜ ਉਹ ਜਿਹੜਾ ਵੀ ਕੋਈ ਸਵਾਲ ਕਰਦਾ ਸਾਰਿਆਂ ਦੇ ਜਵਾਬ ਦਿੰਦਾ, ਸਾਰੇ ਲੋਕੀ ਬੜੇ ਦੀ ਜੈ ਜੈਕਾਰ ਕਰਦੇ ਨੇ। ਤੇ ਪਰ ਉਹਨੂੰ ਹੁਣ ਮਾਣ ਹੰਕਾਰ ਹੋ ਗਿਆ ਕਿ ਜੋ ਵੀ ਮੈਨੂੰ ਪੁੱਛਦਾ ਮੈਨੂੰ ਪੂਰਾ ਗਿਆਨ ਹੋ ਗਿਆ, ਸਾਰੇ ਸਵਾਲਾਂ ਦੇ ਜਵਾਬ ਮੇਰੇ ਕੋਲ ਮਿਲਦੇ ਨੇ, ਸਾਰਾ ਕੁਝ ਮੇਰੇ ਕੋਲ ਮਿਲਦਾ ਹੈ। ਤੇ ਸਾਧ ਸੰਗਤ ਜੀ ਲੋਕੀ ਜੈ ਜੈਕਾਰ ਕਰਦੇ ਸਨ। ਬਾਰ-ਬਾਰ ਸਾਧ ਸੰਗਤ ਜੀ ਮਹਾਰਾਜ ਨੂੰ ਬੇਨਤੀ ਕਰਨੀ। ਉਹ 2-4-10 ਦਿਨ ਲੰਘੇ, ਕੋਈ ਐਸਾ ਸਮਾਂ ਬਣ ਗਿਆ ਕਿ ਮਹਾਰਾਜ ਦੇ ਨਾਲ ਮੇਲ ਮਿਲਾਪ ਹੋ ਗਿਆ। ਸਤਿਗੁਰੂ ਕਬੀਰ ਜੀ ਮਹਾਰਾਜ ਇੱਕ ਦਿਨ ਕਿਸੇ ਪਾਸੇ ਜਾ ਰਹੇ ਸਨ, ਕੋਈ 4 ਪ੍ਰੇਮੀ ਨਾਲ ਸਨ। ਦੂਸਰੇ ਪਾਸੇ ਉਹੀ ਬ੍ਰਾਹਮਣ 10-12-15 ਆਪਣੇ ਸੇਵਕਾਂ ਦੇ ਨਾਲ ਸਾਧ ਸੰਗਤ ਜੀ ਤੁਰੇ ਆ ਰਿਹਾ ਸੀ। ਰਸਤੇ ਵਿੱਚ ਦੋਵਾਂ ਨਾਲ ਮਿਲਾਪ ਹੋ ਜਾਂਦਾ। ਥੋੜੀ ਸਾਖੀ ਧਿਆਨ ਨਾਲ ਸਰਵਣ ਕਰਿਓ। ਮਿਲਾਪ ਹੋ ਜਾਂਦਾ ਤੇ ਸਾਧ ਸੰਗਤ ਜਿਹੜੇ ਬ੍ਰਾਹਮਣ ਦੇ ਚੇਲੇ ਸਨ ਨਾ, ਤੇ ਗੁਰੂ ਜਿਨ੍ਹਾਂ ਦਾ ਅੰਦਲਾ ਚੇਲੇ ਦੀ ਅੰਦੇ ਕਰਮ ਕਰੇਨ, ਜਿਹੜਾ ਦਾ ਗੁਰੂ ਹੁੰਦਾ ਕਿ ਚੇਲੇ ਫਿਰ ਉਦਾਂ ਦੇ ਹੀ ਹੁੰਦੇ ਨੇ। ਤੇ ਸਾਧ ਸੰਗਤ ਜੀ ਸਤਿਗੁਰੂ ਕਬੀਰ ਜੀ ਮਹਾਰਾਜ ਸਾਹਮਣੇ ਬੜੀ ਵਡਿਆਈ ਕਰਨ, ਮਹਾਰਾਜ ਆ ਸਾਡਾ ਬ੍ਰਾਹਮਣ ਤੁਹਾਡੇ ਕਾਂਚੀ ਦੀ ਵਿਦਿਆ ਲੈ ਕੇ ਆਇਆ, ਵੇਦਾਂ ਦੀ ਸ਼ਾਸਤਰਾਂ ਦੀ ਵਿਦਿਆ ਲੈ ਕੇ ਆਇਆ। ਇਹ ਇੰਨੇ ਮਸ਼ਹੂਰ ਨੇ, ਹਰ ਸਵਾਲ ਦਾ ਜਵਾਬ ਦੇ ਦਿੰਦੇ ਨੇ, ਹਰ ਵਧੀਆ ਕੰਮ ਕਰਕੇ ਦਿੰਦੇ ਨੇ, ਲੋਕੀ ਜੈ ਜੈਕਾਰਾਂ ਕਰਦੇ ਨੇ। ਤੁਸੀਂ ਉਹ ਸੋਚਦੇ ਵੀ ਮਹਾਰਾਜ ਉਹਨਾਂ ਨੂੰ ਮੱਥਾ ਟੇਕਣ, ਬ੍ਰਾਹਮਣ ਨੂੰ ਕਹੂਗੀ ਮਨ 'ਚ ਹੰਕਾਰ ਸੀ ਵੀ ਅਸੀਂ ਬੜੇ ਵੱਡੇ ਹਾਂ। ਮਨ 'ਚ ਕੀ ਸੀ? ਅਸੀਂ ਬੜੇ ਵੱਡੇ ਹਾਂ। ਪਰ ਸਾਧ ਸੰਗਤ ਸਤਿਗੁਰੂ ਕਬੀਰ ਜੀ ਮਹਾਰਾਜ ਕਿਸੇ ਨੂੰ ਝੁਕਦੇ ਨਹੀਂ ਸੀ ਸਿਵਾਏ ਇੱਕ ਪਰਮੇਸ਼ਰ ਕੋਲ ਵੀ। ਮੇਲ ਮਿਲਾਪ ਹੋ ਗਿਆ, ਬਾਰ-ਬਾਰ ਵਡਿਆਈ ਕਰਨ। ਬ੍ਰਾਹਮਣ ਜੀ ਇਹ ਬੜੇ ਕਾਂਚੀ ਤੋਂ ਵਿਦਿਆ ਲੈ ਕੇ ਆਏ ਕਿ ਇਹਨਾਂ ਨੇ ਆਹ ਕੀਤਾ, ਕੁਛ ਸਿੱਖ ਲਿਆ। ਸਾਰੇ ਸਵਾਲ ਦੇ ਕਰਨ ਦੇ ਬਾਵਜੂਦ ਸਾਧ ਸੰਗਤ ਸਤਿਗੁਰੂ ਕਬੀਰ ਜੀ ਮਹਾਰਾਜ ਨੂੰ ਅਨੁਭਵ ਹੋਇਆ ਕਿ ਇਹ ਬੰਦੇ ਦੇ ਮਨ ਦੇ ਵਿੱਚ ਹੰਕਾਰ ਹੈ, ਇਹ ਬੰਦੇ ਦੇ ਮਨ ਦੇ ਵਿੱਚ। ਤੇ ਸਾਧ ਸੰਗਤ ਜੀ ਬਾਣੀ 'ਚ ਦੇਖਿਆ ਹਰਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਵੇਦਾਂ ਦੀ ਵੀ ਬਾਣੀ ਦੱਸਦੀ ਵੀ ਪਰਮੇਸ਼ਰ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਮਹਾਰਾਜ ਸਾਧ ਸੰਗਤ ਹੰਕਾਰ ਤੋੜਨ ਵਾਸਤੇ ਸਤਿਗੁਰਾਂ ਨੇ ਸਵਾਲ ਹੀ ਇੱਕ ਐਸਾ ਕਰ ਦਿੱਤਾ, ਤੁਸੀਂ ਵੀ ਧਿਆਨ ਨਾਲ ਸੁਣਿਓ। ਉਹ ਵਡਿਆਈ ਕਰਦੇ ਰਹੇ, ਮਹਾਰਾਜ ਸੁਣਦੇ ਗਏ। ਮਹਾਰਾਜ ਕਹਿੰਦੇ ਪੰਡਤ ਜੀ ਸਾਡਾ ਵੀ ਇੱਕ ਸਵਾਲ ਹੈ, ਸਾਡੇ ਵੀ ਭਰਮ ਨੇ, ਸਾਨੂੰ ਵੀ ਜੇ ਤੁਸੀਂ ਜਵਾਬ ਦੇ ਦਿਓ ਤੇ ਤੁਹਾਡੀ ਬੜੀ ਕਿਰਪਾ ਸਾਡੇ ਤੇ ਹੋਏਗੀ। ਤੇ ਸਾਧ ਸੰਗਤ ਸਤਿਗੁਰਾਂ ਨੇ ਜਵਾਬ ਕੀ ਸਵਾਲ ਕੀ ਕੀਤਾ? ਮਹਾਰਾਜ ਕਹਿੰਦੇ ਪੰਡਤ ਜੀ ਕਹਿਣ ਲੱਗੇ ਪੁੱਛੋ ਵੀ ਕੀ ਸਵਾਲ ਆ ਤੁਹਾਡਾ? ਤੇ ਮਹਾਰਾਜ ਕਹਿਣ ਲੱਗੇ ਸਾਡਾ ਸਵਾਲ ਹੈ ਕਿ ਪਾਪ ਦਾ ਗੁਰੂ ਕੌਣ ਹੈ? ਕੀ ਸਵਾਲ ਹੈ? ਪਾਪ ਦਾ ਗੁਰੂ। ਕਦੇ ਸੁਣਿਆ ਸਾਧ ਸੰਗਤ ਜ਼ਿੰਦਗੀ 'ਚ ਇਹੋ ਜਿਹਾ ਸਵਾਲ? ਕਦੇ ਤੁਸੀਂ
ਪਾਪ ਦਾ ਗੁਰੂ ਕੌਣ ਹੈ? ਤੇ ਸਾਧ ਸੰਗਤ ਜੀ ਫਿਰ ਸਵਾਲ ਸੁਣ ਲਿਆ, ਝਗੜਾ ਗਏ, ਜਵਾਬ ਨਹੀਂ ਖੁੱਲ। ਕਹਿੰਦੇ ਅਧਿਆਤਮਿਕ ਦੇ ਗੁਰੂ ਸਾਰੇ ਹੀ ਸੁਣੇ ਸੀ, ਵੇਦਾਂ ਬਾਣੀ ਨੂੰ ਸਿਖਾਉਣ ਵਾਲੇ ਦੇ ਗੁਰੂ ਸਾਰੇ ਸੁਣੇ ਸੀ, ਪਰ ਪਾਪ ਦਾ ਵੀ ਕੋਈ ਗੁਰੂ ਹੁੰਦਾ ਹੈ? ਹੈਰਾਨੀ ਦੀ ਗੱਲ ਹੈ। ਬੜਾ ਸੋਚਿਆ ਵਿਚਾਰਿਆ, ਪਰ ਸਾਧ ਸੰਗਤ ਜਵਾਬ ਹੁਣ ਸੋਚਣ ਲੱਗਾ ਮਨ ਦੇ ਵਿੱਚ ਕਿ ਸ਼ਾਇਦ ਮੇਰਾ ਗਿਆਨ ਅਧੂਰਾ ਰਿਹਾ ਹੈ, ਜਿਹਦੇ ਕਰਕੇ ਮੇਰੇ ਕੋਈ ਸਵਾਲ ਦਾ ਜਵਾਬ ਨਹੀਂ ਹੈਗਾ। ਇਸੇ ਗਿਆਨ ਨੂੰ ਲੈਣ ਵਾਸਤੇ, ਆਪਣੇ ਗਿਆਨ ਨੂੰ ਪੂਰਾ ਕਰਨ ਵਾਸਤੇ ਮੈਨੂੰ ਫਿਰ ਕਾਂਚੀ ਜਾਣਾ ਪੈਣਾ। ਆਪਣੇ ਵੱਡਿਆਂ ਵਡੇਰਿਆਂ ਨੂੰ, ਜਿਹੜੇ ਉੱਚ ਕੋਟੀ ਦੇ ਉੱਥੇ ਦੇ ਵਿਦਵਾਨ ਪੰਡਿਤ ਸਨ, ਪੁੱਛਣਾ ਪੈਣਾ। ਤੇ ਸਾਧ ਸੰਗਤ ਜੀ ਕਾਂਚੀ ਚਲਿਆ ਗਿਆ, ਜਵਾਬ ਨਾ ਆਇਆ ਤੇ ਫਿਰ ਸ਼ਰਮਸ਼ਾਰ ਹੋ ਗਿਆ। ਤੇ ਮਹਾਰਾਜ ਜਾਣਦੇ ਸਨ, ਕਲਾ ਦੇ ਮਾਲਕ ਸਨ, ਕੋਈ ਕਿਤਾਬੀ ਗਿਆਨ ਨਹੀਂ ਸੀ, ਮਹਾਰਾਜ ਨੇ ਪੜ੍ਹਿਆ, ਅਧਿਆਤਮਿਕ ਦੇ ਮਾਲਕ ਸਨ। ਜਦੋਂ ਗਏ ਤੇ ਸਾਧ ਸੰਗਤ ਜੀ ਹੁਣ ਉਹ ਬ੍ਰਾਹਮਣ ਵਾਪਸ ਕਾਂਚੀ 'ਚ ਗਿਆ। ਮੈਂ ਹੁਣ ਤੁਹਾਨੂੰ ਤੂੰ ਮਤਲਬ ਇਹ ਗੱਲ ਸੁਣਾ ਰਿਹਾ ਬਹੁਤ ਸ਼ਾਰਟਕਟ ਦੇ ਵਿੱਚ, ਕੋਈ ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ, ਭਾਵੇਂ ਗਾਲਾਂ ਵੀ ਕੱਢਦੇ ਹੁਣ ਮੈਨੂੰ ਮਨਾਂ 'ਚ ਗਈ। ਤੇ ਹੋ ਗਿਆ, ਗਏ ਕਾਂਚੀ ਵਿੱਚ ਗਏ, ਕਹਿੰਦੇ ਜੀ ਸਵਾਲ ਦਾ ਜਵਾਬ ਲੈਣ ਵਾਸਤੇ ਆਏ ਆ। ਕਾਹਦੇ ਵਾਸਤੇ ਆਏ ਜੀ? ਕਹਿੰਦੇ ਮੇਰਾ ਜੀ ਗਿਆਨ ਅਧੂਰਾ ਰਹਿ ਗਿਆ, ਮੈਨੂੰ ਕਿਸੇ ਨੇ, ਸਾਧੂ ਨੇ, ਕਿਸੇ ਨੇ ਸਵਾਲ ਕਰ ਦਿੱਤਾ ਕਿ ਪਾਪ ਦਾ ਗੁਰੂ ਕੌਣ ਹੈ? ਹੁਣ ਜਿਹੜਾ ਸਵਾਲ ਸੁਣੇ ਚੱਕਰਾ ਜੇ, ਇਹ ਅਧਿਆਤਮਿਕ ਦੇ ਗੁਰੂ ਸਾਰੇ ਹੀ ਸੁਣੇ ਨੇ, ਨਾਮ ਬਾਣੀ ਦੇ ਗੁਰੂ ਸਾਰੇ ਸੁਣੇ ਨੇ, ਤੇ ਪਰ ਪਾਪ ਦਾ ਵੀ ਕੋਈ ਗੁਰੂ ਹੁੰਦਾ? ਅਸੀਂ ਜਦ ਤੱਕ ਸੁਣਿਆ ਨਹੀਂ। ਸਾਧ ਸੰਗਤ ਜੀ ਕਾਂਚੀ ਵਿੱਚ ਸਾਰੇ ਪੰਡਤਾਂ ਨੂੰ, ਉੱਚ ਤੋਂ ਉੱਚ ਕੋਟੀ ਵਿਦਵਾਨਾਂ ਨੂੰ ਵੀ ਸਵਾਲ ਕਰਕੇ ਦੇਖ ਲਓ, ਪਰ ਕਿਸੇ ਦੇ ਕੋਲੋਂ ਜਵਾਬ ਨਹੀਂ ਮਿਲਿਆ। ਨਿਰਾਸ਼ ਹੋ ਗਿਆ, ਚਿਹਰਾ ਲਟਕ ਗਿਆ ਕਿ ਵਾਪਸ ਆ ਜੀ, ਜੇ ਹੁਣ ਨਹੀਂ ਜਵਾਬ ਮਿਲਦਾ। ਤੇ ਸਾਧ ਸੰਗਤ ਜੀ ਹੁਣ ਜਦੋਂ ਇੱਕਦਮ ਖੜਾ ਸ਼ਹਿਰ ਦੇ ਵਿੱਚ ਕਾਂਚੀ ਸੋਚਦਾ ਨਾ, ਤੇ ਇੱਕ ਪਾਸੇ ਇੱਕ ਵੈਸ਼ਿਆ ਲੰਘਦੀ ਜਾ ਰਹੀ ਸੀ। ਉਹਨੇ ਦੇਖਿਆ ਇੱਕ ਪੰਡਤ ਦੇ, ਬ੍ਰਾਹਮਣ ਦੇ ਚਿਹਰੇ ਦੇ ਉੱਤੇ ਨਿਰਾਸ਼ਤਾਈ ਹੈ। ਕਾਰਨ ਪੁੱਛਿਆ, ਕਹਿੰਦੇ ਮਹਾਰਾਜ ਕਿ ਤੁਸੀਂ ਚਿਹਰੇ ਤੁਹਾਡਾ ਲਟਕਿਆ ਲੱਗਦਾ, ਬਾਤ ਕੋਈ ਕਿਸੇ ਟੈਨਸ਼ਨ ਦੇ ਵਿੱਚ, ਕਿਸੇ ਬੋਝ ਦੇ ਵਿੱਚ ਤੁਸੀਂ ਹੋ, ਤੇ ਦੱਸੋ ਕੀ ਸਵਾਲ ਕਾਰਨ ਕੀ ਹੈ? ਫਿਰ ਸਾਧ ਸੰਗਤ ਦੀ ਪੂਰੀ ਵਾਰਤਾਲਾਪ ਸੁਣਾਈ ਕਿ ਅਸੀਂ ਆਪਣੇ ਸ਼ਹਿਰ 'ਚ ਰਹਿੰਦੇ ਸੀ, ਆਹ ਗੱਲਬਾਤ ਹੋਈ, ਆ ਸਵਾਲ ਕਿਸੇ ਨੇ ਕੀਤਾ। ਤੇ ਸਾਧ ਸੰਗਤ ਇੱਕ ਵੈਸ਼ੀਆ ਹੋਣ ਦੇ ਬਾਵਜੂਦ, ਜਿਹਨੇ ਕਦੇ ਸਾਧ ਸੰਗਤ ਨਹੀਂ ਸੀ ਕਦੇ ਕੀਤੀ, ਕਦੇ ਚੰਗਾ ਕਰਮ ਨਹੀਂ ਸੀ ਕੀਤਾ, ਕਹਿੰਦੇ ਮਹਾਰਾਜ ਆਹ ਤੇ ਸਵਾਲ ਬੜਾ ਸੌਖਾ, ਕੀ ਇਹ ਸਵਾਲ ਬੜਾ, ਇਹਦਾ ਤੇ ਜਵਾਬ ਵੀ ਬੜਾ ਸੌਖਾ, ਤੇ ਤੁਹਾਨੂੰ ਜਵਾਬ ਹੀ ਨਹੀਂ ਆਇਆ? ਕਹਿੰਦੇ ਨਹੀਂ ਮਹਾਰਾਜ ਜਵਾਬ ਨਹੀਂ ਆਇਆ। ਕਹਿੰਦੇ ਮਹਾਰਾਜ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ? ਕਹਿੰਦੇ ਲੈਣਾ ਚਾਹੁੰਦੇ ਆ। ਕਹਿੰਦੇ ਤੁਹਾਨੂੰ ਫਿਰ ਸਾਡੇ ਕੋਲ ਰੁਕਣਾ ਪਏਗਾ, ਤੁਹਾਨੂੰ ਮੈਂ ਜਵਾਬ ਦੇਵਾਂਗੀ ਤੁਹਾਡੇ ਸਵਾਲ ਦਾ, ਪਰ ਥੋੜਾ ਸਮਾਂ ਸਾਡੇ ਕੋਲ। ਤੇ ਸਾਧ ਸੰਗਤ ਜੀ ਹੁਣ ਪੰਡਤ ਸੋਚਦਾ ਕਿ ਇੱਕ ਵੈਸ਼ੀ ਹੈ, ਮਾੜਾ ਕਰਮ ਕਰਨ ਵਾਲੀ ਹੈ, ਮੈਂ ਪੰਡਤ ਹਾਂ, ਮੇਰੀ ਮਰਿਆਦਾ ਕੋਈ ਹੈ, ਤੇ ਮੈਨੂੰ ਲੋਕ ਕੀ ਕਹਿਣਗੇ? ਸਾਧ ਸੰਗਤ ਜੀ ਪਰ ਹੁਣ ਦੂਸਰੇ ਪਾਸੇ ਸੋਚਦਾ ਹੈ ਕਿ ਜੇ ਸਵਾਲ ਦਾ ਜਵਾਬ ਮਿਲਦਾ ਤੇ ਲੈ ਲੈਣਾ ਚਾਹੀਦਾ, ਨਹੀਂ ਤੇ ਕਿਤੋਂ ਵੀ ਮੈਨੂੰ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ। ਸੋ ਸਾਧ ਸੰਗਤ ਜੀ ਸੋਚ ਕੇ ਮਜਬੂਰੀ ਵਾਸ ਹੋ ਕੇ ਚਲੇ ਜਾਂਦਾ। ਤੇ ਸਾਧ ਸੰਗਤ ਜੀ ਵੈਸ਼ਿਆ ਜੀ ਕਹਿਣ ਲੱਗੇ ਵੀ ਜਿਸ ਘਰ 'ਚ ਮੈਂ ਰਹਿੰਦੀ, ਇਸ ਤੋਂ ਇਲਾਵਾ ਨੇੜੇ ਇੱਕ ਸਾਡੇ ਕਮਰਾ ਘਰ ਹੋਰ ਹੈ, ਪੰਡਤ ਜੀ ਤੁਸੀਂ ਉੱਥੇ ਰਹਿ ਲਿਆ ਕਰੋ, ਤੁਸੀਂ ਉੱਥੇ ਰਹੋ ਤੇ ਤੁਹਾਨੂੰ ਲੰਗਰ ਪਾਣੀ ਉੱਥੇ ਮਿਲ ਜਾਇਆ ਕਰੇਗਾ, ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮੈਂ ਦੇਵਾਂਗੀ। ਸੋ ਸਾਧ ਸੰਗਤ ਜੀ ਪੰਡਤ ਜੀ ਚਲੇ ਜਾਂਦੇ ਨੇ, ਘਰ 'ਚ ਰਹਿਣ ਲੱਗ ਜਾਂਦੇ ਨੇ। ਤੇ ਪਰ ਜਦੋਂ ਵੈਸ਼ਿਆ ਕਹਿਣ ਲੱਗੀ ਮਹਾਰਾਜ ਤੁਹਾਡਾ ਪ੍ਰਸ਼ਾਦਾ ਪਾਣੀ ਤੁਹਾਨੂੰ ਮੈਂ ਬਣਾ ਕੇ ਪਹੁੰਚਾ ਦਿਆ ਕਰਾਂਗੀ, ਤੇ ਪੰਡਤ ਜੀ ਕਹਿਣ ਲੱਗੇ ਵੀ ਨਾ ਬੀਬੀ ਸਾਡਾ ਪ੍ਰਸ਼ਾਦਾ ਨਾ ਲੈ ਕੇ ਆਈ, ਅਸੀਂ ਮਰਿਆਦਾ ਵਾ, ਅਸੀਂ ਆਪਣਾ ਪ੍ਰਸ਼ਾਦਾ ਆਪ ਹੀ ਤਿਆਰ ਕਰਦੇ ਹਾਂ, ਅਸੀਂ ਆਪਣਾ ਪ੍ਰਸ਼ਾਦਾ ਆਪ ਹੀ ਬਣਾਉਂਦੇ, ਆਪ ਹੀ ਬਣਾ ਕੇ ਪਾ ਕੇ ਤੇ ਆਪ ਹੀ ਖਾਂਦੇ ਹਾਂ, ਅਸੀਂ ਤੇ ਕਿਸੇ ਦੇ ਹੱਥ ਦਾ ਪਾਣੀ ਤੱਕ ਨਹੀਂ ਪੀਂਦੇ, ਤੇ ਇੰਨੀ ਸਾਡੀ ਅਸੀਂ ਆਪਣੀ ਮਰਿਆਦਾ ਰੱਖੀ ਹੋਈ ਹੈ। ਕਹਿੰਦੇ ਚਲੋ ਠੀਕ ਆ ਮਹਾਰਾਜ ਦੇ ਦਿਆ ਕਰਾਂਗੇ, ਤੁਸੀਂ ਰਸਤ ਲੈ ਲਓ ਤੇ ਆਪਣਾ ਪ੍ਰਸ਼ਾਦਾ ਆਪ ਹੀ ਬਣਾ ਕੇ ਖਾ ਲਿਆ ਕਰੋ। ਸਾਧ ਸੰਗੀ ਰਸਤੇ ਮਿਲ ਜਾਣੀ, ਸਵੇਰੇ ਪ੍ਰਸ਼ਾਦਾ ਆਪੇ ਬਣਾ ਲੈਣਾ, ਆਪੇ ਖਾ ਲੈਣਾ। 2 ਦਿਨ 4 ਦਿਨ 10 ਦਿਨ 15 ਦਿਨ ਲੰਘ ਗਏ। ਇੱਕ ਦਿਨ ਸਾਧ ਸੰਗੀ ਪੰਡਤ ਜੀ ਮਨ 'ਚ ਸੋਚਦੇ ਨੇ ਵੀ 15-20 ਦਿਨ ਲੰਘ ਗਏ ਨੇ, ਬਸ ਰਸਤੇ ਮਿਲ ਜਾਂਦੀ, ਪ੍ਰਸ਼ਾਦਾ ਆਪੇ ਬਣਾ ਕੇ ਖਾ ਲਈਦਾ, ਤੇ ਜਿਸ ਕੰਮ ਵਾਸਤੇ ਹੀ 15 ਦਿਨ ਲੰਘ ਗਏ ਨੇ ਪਰ ਹਲੇ ਤੱਕ ਜਵਾਬ ਮਿਲਿਆ ਨਹੀਂ। ਤੇ ਆਹ ਕਦਾ ਬਸ ਸਵੇਰੇ ਆਏ, ਰਸਤ ਬਣਾਈ, ਪਕਾ ਲਿਆ, ਖਾ ਲਿਆ, ਬੈਠੇ ਰਹੇ, ਤੇ ਜਵਾਬ ਤੇ ਮਿਲਿਆ ਨਹੀਂ। ਇੱਕ ਦਿਨ ਸਾਧ ਸੰਗਤ ਜੀ ਵੈਸ਼ਿਆ ਕਹਿਣ ਲੱਗੀ, ਕਹਿੰਦੇ ਮਹਾਰਾਜ ਇੱਕ ਬੇਨਤੀ ਹੈ, ਕਹਿੰਦੇ ਮੈਂ ਤੁਹਾਨੂੰ ਦੇਖਦੀ ਹਾਂ ਤੁਸੀਂ ਆਪੇ ਹੀ ਪ੍ਰਸ਼ਾਦਾ ਬਣਾਉਂਦੇ, ਆਪੇ ਖਾਂਦੇ ਹੋ, ਤਕਲੀਫ 'ਚ ਰਹਿੰਦੇ ਹੋ,
ਤੇ ਤੁਸੀਂ ਮੇਰੀ ਬੇਨਤੀ ਇੱਕ ਪ੍ਰਵਾਨ ਕਰ ਲਓ ਕਿ ਮੈਂ ਤੁਹਾਡੀ ਸੇਵਾ ਕਰਨਾ, ਹੋ ਸਕਦਾ ਮੇਰੇ ਵੀ 10 ਪਾਪ ਕਿਤੇ ਘਟ ਜਾਣ, ਤੁਹਾਡੀ ਸੇਵਾ ਕਰਕੇ ਮੇਰੇ ਵੀ ਪਾਪ ਕਿਤੇ ਘਟ ਜਾਣ। ਤੇ ਮਹਾਰਾਜ ਅੱਜ ਤੋਂ ਬਾਅਦ ਤੁਹਾਡਾ ਪ੍ਰਸ਼ਾਦਾ ਮੈਂ ਘਰੋਂ ਬਣਾ ਕੇ ਭੇਜਦਾ ਕਰਾਂਗੀ। ਕਹਿੰਦੇ ਨਾ ਨਾ ਬੀਬੀ ਇਹ ਕੰਮ ਨਹੀਂ ਹੋ ਸਕਦਾ, ਮੈਂ ਆਪਣੀ ਮਰਿਆਦਾ ਨਹੀਂ ਛੱਡ ਸਕਦਾ, ਇਹ ਮੇਰੀ ਮਰਿਆਦਾ, ਮੈਂ ਤੇ ਪਾਣੀ ਨਹੀਂ ਪੀ ਸਕਦਾ ਕਿਸੇ ਦੇ ਹੱਥ ਦਾ। ਤੇ ਸਾਧ ਸੰਗਤ ਜੀ ਉਹ ਗੱਲ ਨਾ ਮੰਨੀ ਤੇ ਸਾਧ ਸੰਗਤ 2-4 ਦਿਨ ਫੇਰ ਲੰਘ ਗਏ। 2-4 ਦਿਨਾਂ ਬਾਅਦ ਜਾ ਕੇ ਵੈਸ਼ਿਆ ਕਹਿਣ ਲੱਗੇ, ਕਹਿੰਦੇ ਮਹਾਰਾਜ ਤੁਸੀਂ ਮੈਨੂੰ ਸੇਵਾ ਦਾ ਮੌਕਾ ਤੇ ਦਿਓ, ਕਿਤੇ ਮੇਰੇ ਵੀ ਪਾਪ ਘਟ ਜਾਣ, ਬੁਰਾਈ ਖਤਮ ਹੋ ਜਾਵੇ। ਤੇ ਕਹਿਣ ਲੱਗੇ ਮਹਾਰਾਜ ਚਲੋ ਇੱਕ ਮੇਰੀ ਸ਼ਰਤ ਹੈ। ਕਹਿੰਦੇ ਦੱਸੋ ਭਾਈ ਕੀ ਸ਼ਰਤ ਹੈ? ਕਹਿੰਦੇ ਮਹਾਰਾਜ ਧਿਆਨ ਨਾਲ ਸੁਣਿਆ, ਥੋੜੀ ਜਿਹੀ ਗੱਲ ਹੈ। ਕਹਿੰਦੇ ਮਹਾਰਾਜ ਜੇ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦੇ ਦਿਓ ਨਾ, ਸੇਵਾ ਕਰਨ ਦਾ ਮੌਕਾ ਦੇ ਦਿਓ, ਭਾਈ ਧਰਮ ਵੱਡਾ ਹੈ। ਧਰਮ ਕੀ ਹੈ? ਧਰਮ ਵੱਡਾ ਹੈ। ਰਾਜਨੀਤੀ ਜਾਂ ਕੋਈ ਬੁਲਾਰਾ ਵੱਡਾ ਨਹੀਂ, ਧਰਮ ਕੀ ਹੈ? ਵੱਡਾ ਹੈ, ਧਰਮ ਦੀ ਪਹਿਲ ਹੈ। ਕਹਿੰਦੇ ਕੀ ਹੋਇਆ, 2-4 ਮਿੰਟ ਹੀ ਬਸ ਮੇਰੇ ਵੀ ਰਹਿ ਗਏ ਨੇ, ਫਿਰ ਸਮਾਪਤੀ, ਫਿਰ ਤੁਸੀਂ ਜਿੰਨੂੰ ਤੁਹਾਡਾ ਇਜਾਜ਼ਤ ਹੋਏਗੀ। ਕਹਿੰਦੇ ਮਹਾਰਾਜ ਮੇਰੀ ਇੱਕ ਬੇਨਤੀ ਹੈ। ਦੱਸੋ ਕੀ ਬੇਨਤੀ ਹੈ? ਕਹਿੰਦੇ ਮਹਾਰਾਜ ਜੇ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓ ਤੇ ਮੈਂ ਆਪਣੇ ਕੋਲੋਂ ਲੰਗਰ ਦੇ ਨਾਲ 5 ਸੋਨੇ ਦੀਆਂ ਮੋਹਰਾਂ ਵੀ ਤੁਹਾਨੂੰ ਜ਼ਰੂਰ ਦਿਆ ਕਰਾਂਗੀ। ਕੀ ਦੇਵਾਂਗੀ? 5 ਸੋਨੇ ਦੀਆਂ, ਨਾਲੇ 5 ਸੋਨੇ ਦੀਆਂ ਮੋਹਰਾਂ ਵੀ ਦੇਵਾਂਗੀ, ਨਾਲੇ ਤੁਹਾਨੂੰ ਪ੍ਰਸ਼ਾਦਾ ਬਣਾ ਕੇ ਵੀ ਦੇਵਾਂ ਕਰਾਂਗੀ, ਤੁਸੀਂ ਬਸ ਛਕਣਾ ਹੀ ਹੈ। ਤੇ ਸਾਧ ਸੰਗਤ ਜੀ ਹੁਣ ਸੋਚੇ ਪੈ ਗਿਆ, ਪ੍ਰਸ਼ਾਦਾ ਵੀ ਬਣਿਆ ਬਣਾਇਆ, ਨਾਲ 5 ਸੋਨੇ ਦੀਆਂ ਮੋਹਰਾਂ ਵੀ ਮਿਲਦੀਆਂ ਪਈਆਂ ਨੇ। ਮਨ ਦੋਵੇਂ ਪਾਸੇ ਕਰੀਏ ਨਾ ਕਰੀਏ, ਡਬਲ ਮਾਈਂਡਡ ਹੋ ਗਿਆ। ਆਖਰ ਹਾਂ ਕਰ ਦਿੱਤੀ ਕਿ ਉਸ ਤਰ੍ਹਾਂ ਵੀ ਪੈਸੇ ਕਮਾਉਣੇ ਨੇ, ਤੇ ਜੇ 5 ਸੋਨੇ ਦੀਆਂ ਮੋਹਰਾਂ ਰੋਜ਼ ਫ੍ਰੀ ਦੀਆਂ ਮਿਲਦੀਆਂ ਨੇ ਤੇ ਕਿਉਂ ਛੱਡ ਦਈਏ, ਕਿਉਂ ਛੱਡ ਦਈਏ। ਸਾਧ ਸੰਗਤ ਜੀ ਫਿਰ ਕੀ ਹੋਇਆ, ਅਗਲਾ ਦਿਨ ਚੜਿਆ, ਵੈਸ਼ਿਆ ਨੇ ਆਪਣੇ ਘਰ ਪ੍ਰਸ਼ਾਦਾ ਤਿਆਰ ਕੀਤਾ, ਥਾਲੀ 'ਚ ਪਾਇਆ ਤੇ ਪੰਡਤ ਜੀ ਦੇ ਕੋਲ ਜਾ ਕੇ ਕਮਰੇ 'ਚ ਲੈ ਕੇ ਕਹਿੰਦੇ ਮਹਾਰਾਜ ਪ੍ਰਸ਼ਾਦਾ ਤੁਸੀਂ ਟੇਬਲ ਤੇ ਬੈਠੋ ਤੇ ਪ੍ਰਸ਼ਾਦਾ ਛਕਣ ਦੀ ਕਿਰਪਾਲਤਾ ਕਰੋ। ਥਾਲੀ ਅੱਗੇ ਰੱਖ ਦਿੱਤੀ, 5 ਸੋਨੇ ਦੀਆਂ ਮੋਹਰਾਂ ਸਾਧ ਸੰਗਤ ਜੀ ਪ੍ਰਸ਼ਾਦੇ 'ਚ ਰੱਖ ਦਿੱਤੀਆਂ। ਪੰਡਤ ਜੀ ਨੇ ਜਲ ਫੜਿਆ, ਤਰੋਂਕਿਆ ਦੇ ਅੱਖਾਂ ਬੰਦ ਕਰਕੇ ਯਾਦ ਕੀਤਾ, ਅੱਖਾਂ ਖੋਲ੍ਹੇ, ਥਾਲੀ ਅੱਗੇ ਹੈ ਨਹੀਂ। ਅੱਗੇ ਕੀ ਹੈ ਨਹੀਂ? ਥਾਲੀ ਕਿੱਥੇ ਸੀ? ਵੈਸ਼ਿਆ ਦੇ ਕੋਲ। ਥਾਲੀ ਕਿੱਥੇ ਸੀ? ਖਿੱਚ ਲਈ ਮਗਰ, ਭੈਣ ਨੇ ਮਗਰ ਹੀ ਖਿੱਚ ਲਈ ਥਾਲੀ। ਕਹਿੰਦੇ ਪੰਡਤ ਜੀ ਗੁੱਸੇ ਜਾ ਕੇ, ਆ ਕੀ ਮਜ਼ਾਕ ਆ? ਪਹਿਲਾਂ ਤੁਸੀਂ ਸਾਡੀ ਸੇਵਾ ਮੰਗਦੇ ਸੀ, ਸੇਵਾ ਕਰ ਲਈ, ਹੁਣ ਤੁਸੀਂ ਸੇਵਾ ਦੇ ਕਰਦੇ ਸਤਿਕਾਰ ਕਰਦੇ ਪਏ ਹੋ ਤੇ ਤਿਰਸਕਾਰ ਕਰ ਦਿੱਤਾ। ਪ੍ਰਸ਼ਾਦਾ ਲੈ ਕੇ ਛਕਣ ਦਾ ਟਾਈਮ ਹੈ, ਤੁਸੀਂ ਥਾਲੀ ਖਿੱਚ ਲਈ। ਕਹਿੰਦੇ ਮਹਾਰਾਜ ਆਹੀ ਤੁਹਾਡੇ ਸਵਾਲ ਲੱਗੀ ਹੈ। ਕਹਿੰਦੇ ਮੈਨੂੰ ਅਜੇ ਸਮਝ ਨਹੀਂ ਆਏ। ਕਹਿੰਦੇ ਮਹਾਰਾਜ 10 ਦਿਨ ਪਹਿਲਾਂ ਤੁਸੀਂ ਕਿਸੇ ਦੇ ਹੱਥ ਦਾ ਪਾਣੀ ਤੱਕ ਪੀਣ ਨੂੰ ਤਿਆਰ ਨਹੀਂ ਸੀ, ਪ੍ਰਸ਼ਾਦਾ ਛਕਣ ਨੂੰ ਤਿਆਰ ਨਹੀਂ ਸੀ, ਤੇ 5 ਸੋਨੇ ਦੀਆਂ ਮੋਹਰਾਂ ਕੀ ਦੇ ਦਿੱਤੀਆਂ ਤੁਸੀਂ, ਤੇ ਆਪਣੀ ਮਰਿਆਦਾ ਹੀ ਸਾਰੀ ਛੱਡ ਦਿੱਤੀ, ਭੁੱਲ ਦਿੱਤੀ। ਹਜੇ ਵੀ ਸਮਝ ਆਈ? ਕਹਿੰਦੇ ਨਹੀਂ। ਕਹਿੰਦੇ ਲਾਲਚੀ ਪਾਪ ਦਾ ਗੁਰੂ ਹੈ, ਲਾਲਚੀ ਪਾਪ ਦਾ। ਸਾਧ ਸੰਗਤ ਜਿੰਨੇ ਵੀ ਪਾਪ ਹੁੰਦੇ ਨੇ ਸਾਰੇ ਹੀ ਲਾਲਚ ਵਸ ਹੋ ਕੇ ਹੁੰਦੇ ਨੇ, ਜਿੰਨੇ ਵੀ ਪਾਪ ਹੁੰਦੇ ਨੇ ਸਾਰੇ। ਬੋਲੀਏ ਸਤਿਗੁਰ ਕਬੀਰ ਮਹਾਰਾਜ ਕੀ ਜੈ। ਧੰਨ ਕਬੀਰ।